ਜਥੇਦਾਰ ਦੀ ਸੋਚ ਬਿਲਕੁਲ ਅੱਤਵਾਦੀ ਭਿੰਡਰਾਂ ਵਾਲੇ ਨਾਲ ਮਿਲਦੀ ਹੈ। ਜੋ ਗੱਲ ਭਿੰਡਰਾਂ ਵਾਲੇ ਨੇ, ਅੱਤਵਾਦੀ ਭਿੰਡਰਾਂ ਵਾਲੇ ਨੇ 1980 ਤੋਂ 95 ਵਿੱਚ ਜਦੋਂ ਪੰਜਾਬ 'ਚ ਅੱਤਵਾਦ ਸੀ, ਉਸ ਵੇਲੇ ਵੀ ਉਹਨੇ ਇਹੀ ਗੱਲ ਕਹੀ ਸੀਗੀ ਵੀ ਪੰਜਾਬ ਦੇ ਸਿੱਖ ਨੌਜਵਾਨੋ, ਤੁਸੀਂ ਪ੍ਰਾਪਰਟੀ ਨਾ ਖਰੀਦੋ, ਤੁਸੀਂ ਮੋਟਰਸਾਈਕਲ ਖਰੀਦੋ, ਤੁਸੀਂ ਹਥਿਆਰ ਖਰੀਦੋ। अपनी सेफ्टी वास्ते हथियार रखने जरूरी है, सब नूं जरूरी है, चाहे हिंदू है, सिख है, मुसलमान है, ईसाई है, जिहड़ा मर्जी है। सानू तो साडे 10वें पातशाह ने हथियार दिते है। ਆਪਾਂ ਪੰਜਾਬ ਨੂੰ ਖਾਲਿਸਤਾਨ ਵੱਲ ਕਿੱਦਾਂ ਲੈ ਕੇ ਜਾਣਾ ਹੈ, ਪੰਜਾਬ ਦੇ ਹਿੰਦੂ ਨੂੰ ਕਿੱਦਾਂ ਡਰਾਉਣਾ ਹੈ, ਇਹ ਬਿਆਨ ਦੇ ਕੇ ਜਥੇਦਾਰ ਸਾਹਿਬ ਤੁਹਾਡਾ ਤਾਂ ਜਿਹੜਾ ਰੁਤਬਾ ਹੈ ਨਾ, ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ, ਹਰਮੰਦਰ ਸਾਹਿਬ ਦੇ ਮੁਖੀ, ਇੱਕ ਸਮਾਜ ਦੇ ਮੁਖੀ, ਪੰਜਾਬ ਨੂੰ ਲੀਡ ਕਰਨ ਵਾਲੇ ਲੋਕ, ਤੁਹਾਡੀ ਤਾਂ ਜਿਹੜੀ ਸੋਚ ਹੈ ਸਾਂਝੀਵਾਲਤਾ ਵਾਲੀ ਹੋਣੀ ਚਾਹੀਦੀ ਹੈ। ਪਰ ਤੁਹਾਡੀ ਸੋਚ ਕਿਹੜੀ ਆ ਰਹੀ ਹੈ? ਵੱਖਵਾਦ ਵਾਲੀ। ਸਾਨੂੰ ਕੱਲ ਨੂੰ अगर कोई बंदा इत्थे मारन आ जाए तो या कोई साडे ते हमला हो जाए, कोई मान लो अत्तवादी आ जाए, कोई गलत बंदा आ जाए, कोई क्रिमिनल बंदा आ जाए, असीं की करांगे? असीं किहनूं बुलावांगे? असीं उस वेले पुलिस नूं बुलावांगे, आओ जी ਸਾਡਾ ਤੁਸੀਂ ਸਾਡੀ ਰੱਖਿਆ ਕਰੋ। ਤਾਂ ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ, ਨਾ ਹੀ ਉਹਨਾਂ ਨੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ, ਨਾ ਮੁਸਲਿਮ ਭਾਈਚਾਰੇ ਨੂੰ, ਨਾ ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਦੂਸਰੇ ਧਰਮਾਂ ਨੂੰ ਅਸੀਂ ਡਰਾ ਰਹੇ ਹਾਂ, ਦੂਸਰੇ ਧਰਮਾਂ ਨੂੰ ਅਸੀਂ ਧਮਕਾ ਰਹੇ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਹੁੰਦਾ, ਇਹਦਾ ਮਤਲਬ ਤਾਂ ਤੁਸੀਂ ਸੋਚ ਰਹੇ ਹੋ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਥਿਆਰ ਰੱਖਣ ਦੇ ਬਿਆਨ ਦੇ ਉੱਤੇ ਪੰਜਾਬ ਦੇ ਵਿੱਚ ਨਵੀਂ ਰਾਜਨੀਤੀ ਛਿੜ ਚੁੱਕੀ ਹੈ। ਸੋ ਜਿੱਥੇ ਵਿਪਕਸ਼ੀ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ, ਉੱਥੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਵੀ ਇਸ ਦਾ ਵਿਰੋਧ ਜਤਾਇਆ। ਸੋ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸੋ ਪੰਜਾਬ ਦੇ ਵਿੱਚ ਭਾਈਚਾਰਾ, ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਚਾਹੀਦਾ ਹੈ। ਸੋ ਜਿੱਥੇ ਇਹ ਬਿਆਨ ਦੇ ਉੱਤੇ ਵਿਪਕਸ਼ੀ ਪਾਰਟੀਆਂ ਦਾ ਵਿਰੋਧ ਕਰ ਹੀ ਰਹੀਆਂ ਨੇ, ਸੋ ਹਿੰਦੂ ਤਾਂ ਜਿਹੜੇ ਹਿੰਦੂ ਲੀਡਰ ਨੇ ਉਹਨਾਂ ਨੇ ਵਿਰੋਧਤਾ ਸ਼ੁਰੂ ਕਰ ਦਿੱਤੀ ਹੈ। ਔਰ ਜਿਹੜੀ ਸਿੱਖ ਕਮਿਊਨਿਟੀ ਦੇ ਸਿੱਖ ਆਗੂ ਨੇ, ਉਹਨਾਂ ਨੇ ਇਹ ਕਿਹਾ ਕਿ ਹਥਿਆਰ ਰੱਖਣ ਦੀ ਜਿਹੜੀ ਹੈ ਇਸ ਵੇਲੇ ਜ਼ਰੂਰਤ ਹੈਗੀ ਹੈ। ਰਾਜੀਵ ਜੀ, ਕੀ ਕਹੋਗੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਕਿੱਦਾਂ ਦੇਖਦੇ ਹੋ? ਜੈਕਾਰਾ ਵੀਰ ਬਜਰੰਗੇ, ਹਰ ਹਰ ਮਹਾਦੇਵ। ਜਥੇਦਾਰ ਦੀ ਸੋਚ ਬਿਲਕੁਲ ਅੱਤਵਾਦੀ ਭਿੰਡਰਾਂ ਵਾਲੇ ਨਾਲ ਮਿਲਦੀ ਹੈ। ਅੱਤਵਾਦੀ ਭਿੰਡਰਾਂ ਵਾਲੇ ਨੇ ਵੀ ਜਦੋਂ ਪੰਜਾਬ 'ਚ ਕਾਲਾ ਦੌਰ ਸੀਗਾ, ਸਰਕਾਰ ਦੇ ਖਿਲਾਫ ਬਗਾਵਤ ਦੇ ਜਦੋਂ ਬਿਗਲ ਵਜਾਇਆ ਹੋਇਆ ਸੀਗਾ ਭਿੰਡਰਾਂ ਵਾਲੇ ਨੇ, ਉਸ ਵੇਲੇ ਉਹਨੇ ਵੀ ਗੱਲ ਕੀਤੀ ਸੀ ਵੀ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਵੀ ਆਪਣੀ ਪ੍ਰਾਪਰਟੀਆਂ ਨਾ ਖਰੀਦੋ, ਖਰੀਦਣਾ ਤੇ ਮੋਟਰਸਾਈਕਲ ਤੇ ਹਥਿਆਰ ਖਰੀਦੋ। ਉਹੀ ਜਜ਼ਬਾਤ ਲੈ ਕੇ, ਉਹੀ ਸੋਚ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ, ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ, ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ, ਦਰਬਾਰ ਪਵਿੱਤਰ ਸਥਾਨ ਦਰਬਾਰ ਸਾਹਿਬ 'ਚ ਬੈਠੇ ਨੇ। ਸਾਡਾ ਇਹੀ ਕਹਿਣਾ, ਸਾਡਾ ਉਹਨਾਂ ਨੂੰ ਵੀ ਸਵਾਲ ਹੈ ਵੀ ਜਿਹੜੇ ਹਾਲਾਤ ਇਸ ਵਕਤ ਪੰਜਾਬ 'ਚ ਚੱਲ ਰਹੇ ਨੇ, ਕਿਤੇ ਬੰਬ ਧਮਾਕੇ ਹੋ ਰਹੇ ਨੇ, ਕਿਤੇ ਡਰੋਨ ਦੇ ਨਾਲ ਅਟੈਕ ਹੋ ਰਹੇ ਨੇ, ਜਿੱਥੇ ਛੋਟੇ ਛੋਟੇ ਬੱਚੇ, ਸਕੂਲ ਦਾ 8ਵੀਂ ਦਾ ਪੜ੍ਹਦਾ ਹੋਇਆ ਬੱਚਾ ਅੱਤਵਾਦੀ ਗਤੀਵਿਧੀਆਂ 'ਚ ਸੰਮਿਲਿਤ ਪਾਇਆ ਜਾ ਰਿਹਾ, ਉਸ ਵਕਤ ਤੁਸੀਂ ਇਹ ਬਿਆਨ ਦੇ ਰਹੇ ਹੋ। ਜਿੱਥੇ ਸੈਂਟਰ ਸਰਕਾਰ ਨੂੰ ਸੋਚ ਪਈ ਹੈ, ਪੰਜਾਬ ਸਰਕਾਰ ਨੂੰ ਸੋਚ ਪਈ ਹੈ ਵੀ ਕਿਤੇ ਨਾ ਕਿਤੇ ਪਾਕਿਸਤਾਨ ਏਜੰਸੀਆਂ, ਵਿਦੇਸ਼ਾਂ 'ਚ ਬੈਠੇ ਅੱਤਵਾਦੀ ਪੰਜਾਬ ਦੇ ਵਿੱਚ ਕੋਈ ਨਾ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦੇ ਪਏ ਨੇ, ਉਸ ਵੇਲੇ ਤੁਸੀਂ ਇਹ ਬਿਆਨ ਤੁਹਾਡਾ ਦੇਣਾ ਵੀ ਹਰ ਸਿੱਖ ਆਪਣੇ ਕੋਲ ਆਧੁਨਿਕ ਹਥਿਆਰ ਰੱਖੇ, ਕਿਆ ਸ਼ੋਭਾ ਦਿੰਦਾ ਪੰਜਾਬ ਦੇ ਮਾਹੌਲ ਦੇ ਲਈ? ਕਿਆ ਇਹ ਤੁਹਾਡਾ ਬਿਆਨ ਉਚਿਤ ਹੈ? ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਦਿੱਤਾ ਵਾ, ਬਿਲਕੁਲ ਸਹੀ ਬਿਆਨ ਦਿੱਤਾ। ਉਹਦੇ 'ਚ ਗਲਤੀ ਕੀ ਆ? ਉਹਨਾਂ ਨੇ ਇਹ ਕਿਹਾ ਵੀ ਤੁਸੀਂ ਜਿਹੜੇ ਆ ਲਾਇਸੈਂਸੀ ਹਥਿਆਰ ਰੱਖੋ। ਉਹਨਾਂ ਨੇ ਇਹ ਤਾਂ ਕਿਹਾ ਨਹੀਂ ਗਾ ਵੀ ਤੁਸੀਂ ਨਜਾਇਜ਼ ਹਥਿਆਰ ਰੱਖੋ, ਔਰ ਨਾ ਉਹਨਾਂ ਨੇ ਇਹ ਕਿਹਾ ਵਾ ਕਿ ਤੁਸੀਂ ਹਥਿਆਰ ਰੱਖੋ ਤੇ ਲੋਕਾਂ ਨੂੰ ਮਾਰੋ, ਨਾ ਲੋਕਾਂ 'ਤੇ ਚਲਾਓ, ਨਾ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਦੰਗੇ ਕਰੋ, ਨਾ ਕਿਸੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਹੋਵੇ ਵੀ ਤੁਸੀਂ ਉਹਨਾਂ ਦੇ ਖਿਲਾਫ ਹਥਿਆਰ ਚੱਕੋ। ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ। ਆਪਣੀ ਸੇਫਟੀ ਵਾਸਤੇ ਹਥਿਆਰ ਰੱਖਣੇ ਜ਼ਰੂਰੀ ਹੈ, ਸਭ ਨੂੰ ਜ਼ਰੂਰੀ ਹੈ, ਚਾਹੇ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਜਿਹੜਾ ਮਰਜ਼ੀ ਹੈ। ਸਾਨੂੰ ਤਾਂ ਸਾਡੇ 10ਵੇਂ ਪਾਤਸ਼ਾਹ ਨੇ ਹਥਿਆਰ ਦਿੱਤੇ ਆ। ਜਿੰਨੇ ਵੀ ਜਿਹੜੇ ਸਰਦਾਰ ਨੇ, ਸਿੰਘ ਸਜੇ ਹੋਏ ਆ, ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਆ, ਉਹਨਾਂ ਦੇ ਤੇ ਹਰ ਵੇਲੇ ਹਥਿਆਰ ਹੁੰਦਾ, ਜਿਹਨੂੰ ਅਸੀਂ ਸ੍ਰੀ ਸਾਹਿਬ ਕਹਿੰਦੇ ਆ। ਔਰ ਤੁਸੀਂ ਦੇਖੋ, ਜਦੋਂ ਸਾਡੇ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਚੀਜ਼ ਦੀ ਰੀਤ ਚਲਾਈ ਸੀਗੀ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੂੰ ਜਦੋਂ ਔਰੰਗਜ਼ੇਬ ਨੇ ਜਾਂ ਉਦੋਂ ਦੇ ਮੁਗਲ ਸ਼ਾਸਕਾਂ ਨੇ ਸ਼ਹੀਦ ਕੀਤਾ ਸੀਗਾ, ਉਦੋਂ ਸਾਡੇ ਜਿਹੜੇ 6ਵੇਂ ਪਾਤਸ਼ਾਹ ਨੂੰ ਗੱਦੀ ਮਿਲੀ ਸੀਗੀ। ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਸੀ ਕਿ ਵੀ ਹੁਣ ਇਕੱਲਾ ਅਧਿਆਤਮਕ ਤਰੀਕੇ ਦੇ ਨਾਲ ਅਸੀਂ ਜ਼ੁਲਮ ਦਾ ਮੁਕਾਬਲਾ ਨਹੀਂ ਕਰ ਸਕਦੇ, ਸਾਨੂੰ ਹਥਿਆਰ ਰੱਖਣੇ ਬਹੁਤ ਜ਼ਰੂਰੀ ਹੈ। ਉਹਨਾਂ ਨੇ 2 ਤਲਵਾਰਾਂ ਦੀ ਮੰਗ ਕੀਤੀ ਸੀ। ਜਦੋਂ ਉਹਨਾਂ ਨੇ 2 ਤਲਵਾਰਾਂ ਦੀ ਮੰਗ ਕੀਤੀ, ਲੋਕੀ ਹੈਰਾਨ ਹੋ ਗਏ ਸੀਗੇ। ਜਿੰਨੇ ਉਹਨਾਂ ਦੇ ਦਰਬਾਰੀ ਸੀ, ਉਹ ਕਹਿੰਦੇ ਮਹਾਰਾਜ ਤੁਹਾਨੂੰ ਕੀ ਹੋ ਗਿਆ, ਤੁਸੀਂ 2 ਹਥਿਆਰ ਕਿਉਂ ਮੰਗ ਰਹੇ ਹੋ? ਕਹਿੰਦੇ ਲਿਆਓ। ਲਿਆ ਕੇ ਉਹਨਾਂ ਨੇ ਇੱਕ ਮੀਰੀ, ਇੱਕ ਪੀਰੀ ਨਾਂ ਦੀਆਂ 2 ਤਲਵਾਰਾਂ ਧਾਰਨ ਕੀਤੀਆਂ ਸੀ। ਉਹ ਵੀ ਅਤੇ ਹਥਿਆਰ ਸੀਗੇ ਨਾ ਜੀ। ਉਹਨਾਂ ਨੇ ਕਿਹਾ ਸੀ ਮੇਰੀ ਤਲਵਾਰ ਜਿਹੜੀ ਹੈ ਉਹ ਜ਼ੁਲਮ ਦੀ ਜਿਹੜੀ ਹੈ, ਜ਼ੁਲਮ ਦਾ ਟਾਕਰਾ ਕਰਨ ਵਾਸਤੇ ਹੈ। ਪੀਰੀ ਤਲਵਾਰ ਜਿਹੜੀ ਹੈ ਅਧਿਆਤਮਕ ਦੀ ਰੱਖਿਆ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਹੈ। ਯਾਨੀ ਇੱਕ ਦੁਸ਼ਮਣਾਂ ਨੂੰ ਮਾਰਨ ਲਈ,
ਇੱਕ ਮਜਲੂਮਾਂ ਦੀ ਰੱਖਿਆ ਲਈ ਦੋਨੋਂ ਤਲਵਾਰਾਂ ਧਾਰਨ ਕੀਤੀਆਂ। ਉਹੀ ਸੰਦੇਸ਼ ਸਾਡੇ 10ਵੇਂ ਪਾਤਸ਼ਾਹ ਨੇ ਦਿੱਤਾ, ਉਹੀ ਸੰਦੇਸ਼ ਅੱਜ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਦਿੱਤਾ। ਇਹਦੇ 'ਚ ਗਲਤ ਕੀ ਆ? ਸਾਨੂੰ ਕੱਲ ਨੂੰ ਅਗਰ ਕੋਈ ਬੰਦਾ ਇੱਥੇ ਮਾਰਨ ਆ ਜਾਵੇ ਤੇ ਜਾਂ ਕੋਈ ਸਾਡੇ ਤੇ ਹਮਲਾ ਹੋ ਜਾਵੇ, ਕੋਈ ਮੰਨ ਲਓ ਅੱਤਵਾਦੀ ਆ ਜਾਵੇ, ਕੋਈ ਗਲਤ ਬੰਦਾ ਆ ਜਾਵੇ, ਕੋਈ ਕ੍ਰਿਮੀਨਲ ਬੰਦਾ ਆ ਜਾਵੇ, ਅਸੀਂ ਕੀ ਕਰਾਂਗੇ? ਅਸੀਂ ਕਿਹਨੂੰ ਬੁਲਾਵਾਂਗੇ? ਅਸੀਂ ਉਸ ਵੇਲੇ ਪੁਲਿਸ ਨੂੰ ਬੁਲਾਵਾਂਗੇ, ਆਓ ਜੀ ਸਾਡਾ ਤੁਸੀਂ ਸਾਡੀ ਰੱਖਿਆ ਕਰੋ, ਜਾਂ ਅਸੀਂ ਆਪਣੇ ਕੋਲੋਂ ਹਥਿਆਰ ਚੱਕਾਂਗੇ, ਚਾਹੇ ਉਹ ਡੰਡਾ, ਚਾਹੇ ਉਹ ਕਿਸੇ ਕੋਲ ਕਿਰਪਾਨ ਪਈ ਆ, ਚਾਹੇ ਉਹਦੇ ਕੋਲ ਲਾਇਸੈਂਸੀ ਹਥਿਆਰ ਆ, ਪਿਸਤੌਲ ਆ। ਕਿੱਦਾਂ ਮੁਕਾਬਲਾ ਕਰੋਗੇ ਤੁਸੀਂ? ਟੰਡਾ ਸਾਹਿਬ ਗੱਲ ਕੀਤੀ ਤੁਸੀਂ, ਵਿਰੋਧ ਜਤਾਤਾ, ਬਿਆਨ ਤੁਸੀਂ ਪੜਿਆ ਉਹਨਾਂ ਦਾ ਜਥੇਦਾਰ ਸਾਹਿਬ ਦਾ, ਉਹਨਾਂ ਨੇ ਇਹ ਗੱਲ ਕਹੀ ਹੈ ਆਪਣੇ ਬਿਆਨ ਦੇ ਵਿੱਚ ਕਿ ਸਿੱਖ ਨੌਜਵਾਨ ਲਾਇਸੈਂਸੀ ਹਥਿਆਰ ਰੱਖਣ। ਲਾਇਸੈਂਸੀ ਹਥਿਆਰ ਯਾਨੀ ਕਿ ਤੁਹਾਨੂੰ ਵੀ ਪਤਾ ਹੈ ਲਾਇਸੈਂਸ ਹਥਿਆਰ ਦਾ ਕਿਵੇਂ ਬਣਦਾ ਹੈ, ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਬਣਦਾ ਹੈ, ਸਭ ਕੁਝ ਉਹਦਾ ਵੈਰੀਫਿਕੇਸ਼ਨ ਹੁੰਦੀ ਹੈ, ਉਸ ਤੋਂ ਬਾਅਦ ਹਥਿਆਰ ਦਿੱਤਾ ਜਾਂਦਾ ਹੈ। ਇਸ ਸਮੇਂ ਦੇ ਦੌਰਾਨ ਉਸ ਬੰਦੇ ਨੂੰ ਹਥਿਆਰ ਦਿੱਤਾ ਜਾਂਦਾ ਹੈ ਜਿਹਨੂੰ ਜ਼ਰੂਰਤ ਹੋਵੇ। ਮੈਂ ਤੁਹਾਡੇ ਦੂਜੇ ਪਾਸੇ ਆ ਜਾਓ। ਲੁਧਿਆਣਾ ਸ਼ਹਿਰ ਦੇ ਵਿੱਚ, ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਕਚਹਿਰੀ ਦੇ ਵਿੱਚ ਵੱਡਾ ਆਰਡੀਐਕਸ ਵਿਸਫੋਟ ਕੀਤਾ ਜਾਂਦਾ। ਕਿੰਨੇ ਦਿਨ ਹੋਏ? ਕੁਝ ਦਿਨ ਹੀ ਹੋਏ ਨੇ। ਥੋੜੇ ਦਿਨ ਪਹਿਲਾਂ ਸਾਡੇ ਪੰਜਾਬ ਦੇ ਇੰਟੈਲੀਜੈਂਸ ਵਿਭਾਗ ਦੇ ਦਫ਼ਤਰ ਦੇ ਅੰਦਰ ਰਾਕਟ ਲਾਂਚਰ ਨਾਲ ਫਾਇਰ ਕੀਤਾ ਜਾਂਦਾ। ਕਿੰਨੇ ਦਿਨ? ਥੋੜੇ ਦਿਨ ਹੋਏ ਆ। ਕੁਝ ਦਿਨ ਪਹਿਲਾਂ ਹੀ ਇੱਥੇ ਬੰਬ ਫੜੇ ਜਾਂਦੇ ਨੇ, ਆਰਡੀਐਕਸ ਫੜਿਆ ਜਾਂਦਾ ਕੁਝ ਦਿਨ ਪਹਿਲਾਂ ਹੀ, ਥੋੜੇ ਦਿਨ ਹੋਏ ਆ। ਅੰਮ੍ਰਿਤਸਰ ਪਰਸੋਂ ਦੀ ਗੱਲ ਹੈ, ਚੌਥੇ ਦੀ ਗੱਲ ਹੈ, 8 ਵਿਅਕਤੀ ਅੱਤਵਾਦੀ ਗਤੀਵਿਧੀਆਂ ਫੜੇ ਜਾਂਦੇ ਨੇ। ਉਹਦੇ ਵਿੱਚ 8ਵੀਂ ਜੀ ਸਕੂਲ 'ਚ ਪੜ੍ਹਦਾ ਹੋਇਆ ਬੱਚਾ ਵੀ ਆਤੰਕਵਾਦੀ ਗਤੀਵਿਧੀਆਂ ਵਿੱਚ ਲਿਪਤ ਪਾਇਆ ਜਾਂਦਾ। ਕਿਆ ਉਸ ਵਕਤ ਵੇਲੇ, ਉਸ ਸਮੇਂ ਵੇਲੇ ਜਦੋਂ ਸਰਕਾਰਾਂ ਨੂੰ ਸੋਚ ਪਈ ਹੈ ਵੀ ਕਿਤੇ ਕੋਈ ਨਾ ਕੋਈ ਵੱਡੀ ਵਾਰਦਾਤ ਪੰਜਾਬ 'ਚ ਨਾ ਹੋ ਜੇ, ਅਸੀਂ ਰੱਖਿਆ ਦੇ ਉਪਾਅ ਕਰ ਰਹੇ ਹਾਂ, ਕਿਤੋਂ ਨਾ ਕਿਤੋਂ ਬਾਹਰੋਂ ਫੋਰਸਾਂ ਪੰਜਾਬ ਸਰਕਾਰ ਮਾਰੀ ਹੈ, ਕਿਆ ਉਸ ਵੇਲੇ ਇਹ ਬਿਆਨ ਜਥੇਦਾਰ ਸਾਹਿਬ ਦਾ ਦੇਣਾ ਕਿਆ ਉਚਿਤ ਹੈ? ਮੈਂ ਤਾਂ ਸਮਾਜ ਨੂੰ ਪੁੱਛਦਾ, ਮੈਂ ਆਪਣੇ ਦੇਸ਼ ਵਾਸੀਆਂ ਨੂੰ ਪੁੱਛਦਾ, ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀਆਂ ਨੂੰ ਪੁੱਛਦਾ। ਜੋ ਗੱਲ ਭਿੰਡਰਾਂ ਵਾਲੇ ਨੇ, ਅੱਤਵਾਦੀ ਭਿੰਡਰਾਂ ਵਾਲੇ ਨੇ 1980 ਤੋਂ 95 ਵਿੱਚ ਜਦੋਂ ਪੰਜਾਬ 'ਚ ਅੱਤਵਾਦ ਸੀ, ਉਸ ਵੇਲੇ ਵੀ ਉਹਨੇ ਇਹੀ ਗੱਲ ਕਹੀ ਸੀਗੀ ਵੀ ਪੰਜਾਬ ਦੇ ਸਿੱਖ ਨੌਜਵਾਨੋ, ਤੁਸੀਂ ਪ੍ਰਾਪਰਟੀ ਨਾ ਖਰੀਦੋ, ਤੁਸੀਂ ਮੋਟਰਸਾਈਕਲ ਖਰੀਦੋ, ਤੁਸੀਂ ਹਥਿਆਰ ਖਰੀਦੋ। ਕਹਿਣ ਦਾ ਤਰੀਕਾ ਅਲੱਗ ਹੋ ਸਕਦਾ, ਪਰ ਸੋਚ ਸਾਨੂੰ ਇੱਕੋ ਲੱਗਦੀ ਹੈ। ਜਿੱਦਾਂ ਪਿੱਛੇ ਇਹ ਮੀਟਿੰਗ ਕੀਤੀ, ਕਿਉਂ ਜਿੱਦੇ ਪਿੱਛੇ ਇਹਨਾਂ ਨੇ ਮੀਟਿੰਗ ਕੀਤੀ, ਸਾਰੇ ਅਕਾਲੀ ਦਲ ਦੇ ਗਰਮ ਖਿਆਲੀ, ਨਰਮ ਦਿਲੀ ਜਿੰਨੇ ਵੀ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਅਕਾਲ ਤਖਤ ਸਾਹਿਬ 'ਚ ਮੀਟਿੰਗ ਬੁਲਾਈ ਸੀਗੀ। ਇਹ ਉਹਦਾ ਹੀ ਨਿਚੋੜ ਹੈ। ਆਪਣੀ ਜ਼ਮੀਨ ਜਿਹੜੀ ਖਿਸਕ ਗਈ ਹੈ, ਲੋਕਾਂ ਨੇ ਜਿਹੜਾ ਇਹਨਾਂ ਦਾ ਪੱਤਾ ਹੀ ਸਾਫ਼ ਕਰ ਦਿੱਤਾ। ਤੁਸੀਂ ਦੇਖੋ ਨਾ, ਸਾਰੀ ਉਮਰ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਬਾਦਲ ਨਾਲ ਵਿਰੋਧ ਰਿਹਾ। ਦਾਦੂਵਾਲ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਇਹਨਾਂ ਦੇ ਖਿਲਾਫ ਧਰਨੇ ਮੋਰਚੇ ਲਾਉਂਦਾ ਰਿਹਾ। ਉਹ ਜਿੱਥੋਂ ਜ਼ਮੀਨ ਖਿਸਕੀ, ਜੀਕੇ ਲਾ ਲਓ, ਦਿੱਲੀ ਤੋਂ ਆ ਕੇ ਜੀਕੇ ਬੈਠਾ ਇਹਨਾਂ ਦੀ ਮੀਟਿੰਗ ਦੇ ਵਿੱਚ, ਕਿੱਦਾਂ ਸਾਰੇ ਇਕੱਠੇ ਹੋ ਕੇ ਬਹਿ ਗਏ। ਦੱਸੋ ਨਾ, ਉਹ ਵਿਰੋਧ ਕਿੱਥੇ ਗਿਆ? ਇੱਕ ਗੱਲ ਇੱਥੇ ਸਾਹਮਣੇ ਆਉਂਦੀ ਹੈ, ਤੁਸੀਂ ਜਿਹੜੀ ਗੱਲ ਕੀਤੀ, ਗੁਰੂ ਸਾਹਿਬ ਨੇ ਤਾਂ ਹਥਿਆਰ ਚੱਕਣ ਨੂੰ ਕਿਹਾ ਸੀਗਾ ਕਿ ਮੁਗਲ ਸ਼ਾਸਕਾਂ ਦਾ ਜਿਹੜਾ ਵਿਰੋਧ ਕਰਨਾ ਹੈ, ਉਹਨਾਂ ਦਾ ਡਟ ਕੇ ਮੁਕਾਬਲਾ ਕਰਨਾ ਹੈ। ਸੋ ਅੱਜ ਮੁਗਲ ਸ਼ਾਸਕ ਤਾਂ ਹੈ ਨਹੀਂ ਗਏ, ਸੋ ਪੰਜਾਬ ਦੇ ਵਿੱਚ ਭਾਈਚਾਰਾ ਹੈ ਕਿ ਐਸੀ ਕਿਹੜੀ ਮਜਬੂਰੀ ਆ ਗਈ ਕਿ ਜਥੇਦਾਰ ਸਾਹਿਬ ਨੂੰ ਬਿਆਨ ਦੇਣਾ ਪਿਆ ਕਿ ਹਥਿਆਰ ਰੱਖਣਾ ਜ਼ਰੂਰੀ ਹੈ, ਲਾਇਸੈਂਸੀ? ਨਹੀਂ, ਤੁਹਾਡਾ ਸਵਾਲ ਇਹ ਗਲਤ ਹੈ। ਗੁਰੂ ਸਾਹਿਬ ਨੇ ਜਿਹੜੇ ਹਥਿਆਰ ਦਿੱਤੇ ਸੀ, ਮੁਗਲ ਸ਼ਾਸਕਾਂ ਦਾ ਜਿਹੜਾ ਸਾਹਮਣਾ ਕਰਨ ਲਈ ਨਹੀਂ ਦਿੱਤੇ ਸੀਗੇ, ਸਾਨੂੰ ਬਖਸ਼ਿਸ਼ ਕੀਤੇ। ਉਹਨਾਂ ਨੇ ਆਪਣੀ ਰੱਖਿਆ ਵਾਸਤੇ ਦਿੱਤੇ ਸੀਗੇ। ਉਹ ਜਿਹੜੇ ਤੁਹਾਡੇ ਜਿਹੜੇ ਮੁਜਰਮ ਕੀ ਬੋਲਦੇ ਨੇ, ਦੁਸ਼ਮਣ, ਕੋਈ ਵੀ ਹੋ ਸਕਦਾ, ਜ਼ਰੂਰੀ ਨਹੀਂ ਉਹ ਮੁਗਲ ਸ਼ਾਸਕ ਤੇ ਖਤਮ ਹੋ ਗਿਆ। ਅੱਜ ਅਗਰ ਕੋਈ ਤੁਹਾਨੂੰ ਮਾਰਨ ਆ ਜਾਂਦਾ, ਕੁੱਟਣਾ, ਚਲੋ ਛੱਡੋ, ਸਾਰੀਆਂ ਗੱਲਾਂ ਛੱਡੋ। ਅਗਰ ਕੱਲ ਨੂੰ ਇੱਥੇ ਕੋਈ ਧੀ ਭੈਣ ਦੀ ਇੱਜ਼ਤ ਉੱਤੇ ਕੋਈ ਖਿਲਵਾੜ ਕਰਦਾ ਵਾ, ਚਾਹੇ ਉਹ ਸਿੱਖ ਦੀ ਹੋਵੇ, ਹਿੰਦੂ ਦੀ ਹੋਵੇ, ਜਿਹਦੀ ਮਰਜ਼ੀ ਹੋਵੇ, ਅਗਰ ਮੇਰੇ ਕੋਲ ਕੋਈ ਹਥਿਆਰ ਹੋਊਗਾ ਤਾਂ ਮੈਂ ਤਾਂ 4 ਬੰਦਿਆਂ ਨਾਲ ਜਾ ਕੇ ਮੁਕਾਬਲਾ ਕਰਕੇ ਉਹਨੂੰ ਛਡਾਊਂਗਾ। ਮੈਂ ਇਹ ਨਹੀਂ ਸੋਚਾਂਗਾ ਵੀ ਪੁਲਿਸ ਆਊਗੀ ਤੇ ਉਹ ਉਹਨਾਂ ਨੂੰ ਛਡਾਊਗੀ। ਪੰਨੂ ਦੇ ਇਸ਼ਾਰੇ ਤੇ, ਪੰਨੂ ਦਾ ਇਸ਼ਾਰਾ ਇਕੱਠੇ ਹੋ ਗਏ ਕਿ ਆਪਾਂ ਪੰਜਾਬ ਨੂੰ ਖਾਲਿਸਤਾਨ ਵੱਲ ਕਿੱਦਾਂ ਲੈ ਕੇ ਜਾਣਾ ਹੈ, ਪੰਜਾਬ ਦੇ ਹਿੰਦੂ ਨੂੰ ਕਿੱਦਾਂ ਡਰਾਣਾ ਹੈ। ਇਹ ਬਿਆਨ ਦੇ ਕੇ ਜਥੇਦਾਰ ਸਾਹਿਬ, ਤੁਹਾਡਾ ਤਾਂ ਜਿਹੜਾ ਰੁਤਬਾ ਹੈ ਨਾ, ਜਿਹੜੀ ਜਗ੍ਹਾ ਤੇ ਤੁਸੀਂ ਬੈਠੇ ਹੋ, ਹਰਮੰਦਰ ਸਾਹਿਬ ਦੇ ਮੁਖੀ, ਇੱਕ ਸਮਾਜ ਦੇ ਮੁਖੀ, ਪੰਜਾਬ ਨੂੰ ਲੀਡ ਕਰਨ ਵਾਲੇ ਲੋਕ, ਤੁਹਾਡੀ ਤਾਂ ਜਿਹੜੀ ਸੋਚ ਹੈ ਸਾਂਝੀਵਾਲਤਾ ਵਾਲੀ ਹੋਣੀ ਚਾਹੀਦੀ ਹੈ। ਪਰ ਤੁਹਾਡੀ ਸੋਚ ਕਿਹੜੀ ਆ ਰਹੀ ਹੈ? ਵੱਖਵਾਦ ਵਾਲੀ। ਇੱਕ ਪਾਸੇ ਇੱਕ ਕੌਮ ਨੂੰ ਤੁਸੀਂ ਭੜਕਾ ਰਹੇ ਹੋ, ਦੂਜੀ ਕੌਮ ਨੂੰ ਡਰਾ ਰਹੇ ਹੋ। ਸੋ ਥਾਪਰ ਸਾਹਿਬ ਗੱਲ ਕਰੀਏ, ਤੁਸੀਂ ਗੱਲ ਕਰ ਰਹੇ ਹੋ ਕਿ ਦੂਸਰੀ ਕੌਮ ਨੂੰ ਡਰਾ ਰਹੇ ਹੋ, ਇੱਕ ਕੌਮ ਨੂੰ ਭੜਕਾ ਰਹੇ ਹੋ। ਤੁਸੀਂ ਜਥੇਦਾਰ ਸਾਹਿਬ ਦਾ ਬਿਆਨ ਸੁਣਿਆ, ਜਥੇਦਾਰ ਸਾਹਿਬ ਨੇ ਉਹਦੇ ਵਿੱਚ ਇਹ ਕਿਹਾ ਕਿ ਆਤਮ ਰੱਖਿਆ ਦੇ ਲਈ ਹਥਿਆਰਾਂ ਦੀ ਜ਼ਰੂਰਤ ਹੈ। ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ, ਨਾ ਹੀ ਉਹਨਾਂ ਨੇ ਹਿੰਦੂ ਭਾਈਚਾਰੇ ਨੂੰ ਟਾਰਗੇਟ ਕੀਤਾ, ਨਾ ਮੁਸਲਿਮ ਭਾਈਚਾਰੇ ਨੂੰ, ਨਾ ਸਿੱਖ ਸਮਾਜ ਨੂੰ ਇੱਕ ਸੰਦੇਸ਼ ਦਿੱਤਾ। ਇਹਦਾ ਮਤਲਬ ਕੀ ਹੁੰਦਾ? ਇਹਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਦੂਸਰੇ ਧਰਮਾਂ ਨੂੰ ਅਸੀਂ ਡਰਾ ਰਹੇ ਹਾਂ, ਦੂਸਰੇ ਧਰਮਾਂ ਨੂੰ ਅਸੀਂ ਧਮਕਾ ਰਹੇ ਹਾਂ। ਇਹਦਾ ਇਹ ਮਤਲਬ ਤਾਂ ਨਹੀਂ ਹੁੰਦਾ। ਇਹਦਾ ਮਤਲਬ ਤਾਂ ਤੁਸੀਂ ਸੋਚ ਰਹੇ ਹੋ ਮੈਂ ਵੀ ਪੰਜਾਬ 'ਚ ਰਹਿਣਾ, ਮੈਨੂੰ ਤਾਂ ਕੋਈ ਡਰ ਨਹੀਂ ਹੈਗਾ, ਇਹੋ ਜਿਹਾ ਮੈਨੂੰ ਤਾਂ ਕੋਈ ਡਰ ਨਹੀਂ। ਤੁਹਾਨੂੰ ਕੀ ਹੋਇਆ? ਪਟਿਆਲੇ ਦੇ ਵਿੱਚ ਕਾਰਵਾਈ ਵੀ ਪੁਲਿਸ ਨੇ ਕਰਤੀ। ਜਿਹੜੀ ਲੜਾਈ ਸੀਗੀ ਖਾਲਿਸਤਾਨ ਸਮਰਥਕਾਂ ਦੀ, ਪਟਿਆਲੇ ਲੜਾਈ ਕੀਤੀ ਸੀ ਖਾਲਿਸਤਾਨ ਸਮਰਥਕਾਂ ਦੀ, ਖਾਲਿਸਤਾਨ ਵਿਰੋਧੀਆਂ ਦੀ, ਤੇ ਮਾਂ ਕਾਲੀ ਦੇ ਦਰਬਾਰ ਦੇ ਉੱਤੇ ਹਮਲਾ ਕਿਉਂ ਕੀਤਾ ਗਿਆ? ਕਿਉਂ ਦੀ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ? ਉਹ ਲੋਕ ਕੌਣ ਸੀ, ਕਿੱਥੋਂ ਆਏ ਸੀ,
ਇਹੀ ਸੋਚ ਮੈਂ ਫੇਰ ਕਹਿ ਰਿਹਾ, ਪਟਿਆਲੇ ਦੇ ਲੋਕਲ ਉੱਥੇ ਲੋਕ ਸੀਗੇ 4 ਤੋਂ 5 ਲੋਕ, ਸਾਰੇ ਬਾਹਰੋਂ ਲੋਕ ਆਏ ਸੀ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚੋਂ। ਉਹ ਜਿਹੜੇ ਕੱਟੜਵਾਦੀ ਜਿਹੜੇ ਪ੍ਰਭਾਵਿਤ ਹੁੰਦੇ ਨੇ ਪੰਨੂ ਦੀ ਸੋਚ ਤੋਂ, ਪਾਕਿਸਤਾਨ ਦੀ ਸ਼ਹਿਦ ਉੱਤੇ, ਜਥੇਦਾਰ ਵਰਗੀ ਸੋਚ ਦੇ ਉੱਤੇ ਜਿਹੜੇ ਲੋਕ ਇਸ ਟਾਈਮ ਲੱਗੇ ਹੋਏ ਨੇ, ਮੈਂ ਸਾਫ਼ ਕਹਿ ਰਿਹਾ, ਜਿੰਨੀਆਂ ਵੀ ਅਕਾਲੀ ਦਲ, ਗਰਮ ਦਲ ਹੈ, ਨਰਮ ਦਲ ਹੈ, ਸਿਮਰਨਜੀਤ ਮਾਨ ਹੈ, ਟੋਟਲ ਇਹਨਾਂ ਦਾ ਇਕੱਠਾ ਹੋਣਾ ਇੱਕ ਮੈਸੇਜ ਦੇ ਰਿਹਾ ਹੈ। ਹੁਣ ਐਸੀ ਕਿਹੜੀ ਮਜਬੂਰੀ ਹੈ ਕਿ ਇਸ ਮੌਕੇ ਤੇ ਆ ਕੇ ਜਿਹੜਾ ਬਿਆਨ ਦੇਣਾ ਪੈ ਗਿਆ? ਨਹੀਂ, ਕੋਈ ਮਜਬੂਰੀ ਨਹੀਂ ਹੈ, ਕੋਈ ਮਜਬੂਰੀ ਨਹੀਂ। ਇਹ ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ ਹੈ ਜੀ। ਹੁਣ ਮੰਨ ਲਓ ਇੱਕ ਬੰਦਾ ਸਾਈਕਲ ਤੇ ਜਾ ਰਿਹਾ, ਕੱਲ ਨੂੰ ਉਹਦਾ ਟਾਰਗੇਟ ਹੁੰਦਾ ਮੈਂ ਮੋਟਰਸਾਈਕਲ ਲਵਾਂ, ਫਿਰ ਉਹ ਕਹਿੰਦਾ ਮੈਂ ਗੱਡੀ ਲਵਾਂ। ਇਹ ਕੀ ਕੀ ਮਤਲਬ? ਸੋਚਦੇ ਹੋ ਕਿ ਸਿੰਘ ਪਹਿਲੇ ਜਿਹੜੇ ਸਿੱਖ ਕਮਿਊਨਿਟੀ ਹੈ ਕਿ ਸਟਰੋਂਗ ਨਹੀਂ ਸੀ, ਕਿ ਜਿਹੜਾ ਜਥੇਦਾਰ ਸਾਹਿਬ ਨੂੰ ਹੁਣ ਬਿਆਨ ਦੇਣਾ ਪਿਆ ਕਿ ਹਥਿਆਰ, ਤੁਸੀਂ ਗੱਲ ਕਰ ਰਹੇ ਹੋ ਕਿ ਵੀ ਸਟਰੋਂਗ ਕਰਨ ਵਾਸਤੇ ਹਥਿਆਰ ਰੱਖਣ ਨੂੰ ਕਿਹਾ ਉਹਨਾਂ ਨੇ ਕਿ ਸਟਰੋਂਗ ਕਰੋ ਆਪਣੇ ਆਪ ਨੂੰ, ਪਹਿਲੇ ਸਟਰੋਂਗ ਨਹੀਂ ਸੀਗੇ? ਕੌਣ ਕਹਿੰਦਾ ਜੀ? ਬਿਲਕੁਲ ਸਟਰੋਂਗ ਸੀ। ਤੁਹਾਡੇ ਹੀ ਸਵਾਲ ਦਾ ਜਵਾਬ ਦੇ। ਮੇਰੇ ਕੋਲ ਜਵਾਬ ਲੈ ਲਓ, ਪਹਿਲਾਂ ਵੀ ਸਟਰੋਂਗ ਸੀਗੇ। ਜਿਹੜਾ ਇੱਕ ਸਟਰੋਂਗਨੈਸ ਹੈ ਨਾ, ਉਹਦਾ ਕੋਈ ਪੈਰਾਮੀਟਰ ਨਹੀਂ ਹੁੰਦਾ, ਵੱਧ ਤੋਂ ਵੱਧ ਸਟਰੋਂਗ ਹੋਣਾ ਜ਼ਰੂਰੀ ਆ, ਠੀਕ ਹੈ। ਉਹਨਾਂ ਨੇ ਕਿਹਾ ਲਾਇਸੈਂਸੀ ਹਥਿਆਰ ਰੱਖੋ। ਉਹਨਾਂ ਨੇ ਕਿਹਾ ਵੀ ਅਗਰ ਰੱਬ ਨਾ ਕਰੇ, ਅੱਜ ਕੱਲ੍ਹ ਮਾਡਰਨ ਯੁੱਗ ਆ, ਪਹਿਲਾਂ ਲੜਾਈਆਂ ਹੁੰਦੀਆਂ ਸੀਗੀਆਂ ਸ਼ਾਇਦ ਡੰਡਿਆਂ ਦੇ ਨਾਲ, ਪੱਥਰਾਂ ਦੇ ਨਾਲ, ਉਸ ਤੋਂ ਬਾਅਦ ਕਿਰਪਾਨਾਂ ਆ ਗਈਆਂ, ਉਸ ਤੋਂ ਬਾਅਦ ਪਿਸਤੌਲਾਂ ਆ ਗਈਆਂ। ਅੱਜ ਦੇ ਮਾਡਰਨ ਯੁੱਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ ਲਾਇਸੈਂਸੀ ਹਥਿਆਰ ਜ਼ਰੂਰੀ ਆ। ਰੱਬ ਨਾ ਕਰੇ ਕੱਲ੍ਹ ਨੂੰ ਕੋਈ ਪਿਸਤੌਲ ਲੈ ਕੇ ਆ ਜਾਏ, ਤੁਸੀਂ ਕਿਵੇਂ ਮੁਕਾਬਲਾ ਕਰੋਗੇ? ਤੁਸੀਂ ਜਵਾਬ ਦਿਓ ਇਸ ਗੱਲ ਦਾ। ਨਹੀਂ, ਤੁਸੀਂ ਇੱਕ ਜਥੇਦਾਰ ਸਾਹਿਬ ਨੇ ਵਾਕਈ ਉਹਨਾਂ ਦਾ ਮੈਸੇਜ ਜਿਹੜਾ ਜਾਂਦਾ ਹੈ, ਇੱਕ ਪਵਿੱਤਰ ਜਗ੍ਹਾ ਤੇ ਖੜੇ ਹੋ ਕੇ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਾਂ ਕਹਿੰਦੇ ਹਾਂ ਕਿ ਸੁਪਰੀਮ ਹੈ ਸਿੱਖ ਕਮਿਊਨਿਟੀ ਵਾਸਤੇ, ਸਭ ਤੋਂ ਸੁਪਰੀਮ ਜਿਹੜੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਹੈ, ਤੇ ਉੱਥੋਂ ਦਾ ਮੈਸੇਜ ਜਥੇਦਾਰ ਸਾਹਿਬ ਦਾ ਜਿਹੜਾ ਮੈਸੇਜ ਹੁੰਦਾ ਪੂਰੀ ਕੌਮ ਦੇ ਨਾਮ ਸੰਦੇਸ਼ ਹੁੰਦਾ ਹੈ। ਤੇ ਤੁਸੀਂ ਕੀ ਸੋਚਦੇ ਹੋ ਕਿ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਸੀਗਾ ਕਿ ਅੱਜ ਦੇ ਜਿਹੜੀ ਅੱਜ ਦਾ ਯੁੱਗ ਹੈ, ਨੌਜਵਾਨ ਭਾਈਚਾਰਾ ਆਪਸੀ ਆ ਪੰਜਾਬ ਦੇ ਵਿੱਚ ਅੱਜ ਵੀ ਬਹੁਤ ਹੈਗਾ, ਕਿ ਅਗਰ ਚੰਦ ਜਿਹੜੇ ਨੇਤਾ ਨੇ ਉਹ ਨਾ ਹੋਣ ਤੇ ਪੰਜਾਬ ਦਾ ਭਾਈਚਾਰਾ ਸਭ ਤੋਂ ਵੱਧ ਕਾਇਮ ਹੈ ਅਗਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ। ਤੇ ਇਹ ਬਿਆਨ ਜ਼ਰੂਰੀ ਸੀਗਾ ਕਿ ਨੌਜਵਾਨਾਂ ਨੂੰ ਹਥਿਆਰ ਹੀ ਚੱਕਣੇ ਚਾਹੀਦੇ। ਇਹ ਵੀ ਕਿਹਾ ਜਾ ਸਕਦਾ ਕਿ ਡਿਵੈਲਪਮੈਂਟ ਵਾਲੇ ਪਾਸੇ ਆ ਜਾਈਏ ਤਾਂ, ਜਿਵੇਂ ਕੱਲ ਸੀਐਮ ਸਾਹਿਬ ਨੇ ਵੀ ਕਿਹਾ ਕਿ ਜਿਹੜਾ ਜਥੇਦਾਰ ਦਾ ਬਿਆਨ ਸੀਗਾ ਵੀ ਇਹ ਗਲਤ ਹੈ, ਉਹਨਾਂ ਨੂੰ ਡਿਵੈਲਪਮੈਂਟ ਦੀ ਗੱਲ ਕਰਨੀ ਚਾਹੀਦੀ, ਜਾਂ ਉਹਨਾਂ ਨੂੰ ਜਿਹੜੀ ਪਵਿੱਤਰ ਗੁਰਬਾਣੀ ਦੇ ਜਿਹੜੇ ਸੰਦੇਸ਼ ਨੇ ਉਹ ਲੋਕਾਂ ਤੱਕ ਪਹੁੰਚਾਉਣੇ ਚਾਹੀਦੇ। ਮੈਂ ਦੱਸਦਾ ਜੀ ਤੁਹਾਨੂੰ, ਸਾਰਾ ਕੁਝ ਜ਼ਰੂਰੀ ਹੈ, ਡਿਵੈਲਪਮੈਂਟ ਵੀ ਜ਼ਰੂਰੀ ਹੈ, ਐਜੂਕੇਸ਼ਨ ਵੀ ਜ਼ਰੂਰੀ ਹੈ, ਹੋਰ ਰੋਟੀ ਪਾਣੀ ਵੀ ਜ਼ਰੂਰੀ ਹੈ, ਕਾਰੋਬਾਰ ਵੀ ਜ਼ਰੂਰੀ ਹੈ, ਲੇਕਿਨ ਆਪਣੀ ਸੇਫਟੀ ਵੀ ਬੜੀ ਜ਼ਰੂਰੀ ਹੈ, ਠੀਕ ਹੈ ਜੀ। ਸਾਡੇ ਗੁਰੂ ਸਾਹਿਬ ਨੇ ਤਾਂ ਸੰਤ ਸਿਪਾਹੀ ਬਣਾਇਆ ਸੀ। ਸੰਤ ਸਿਪਾਹੀ ਦਾ ਮਤਲਬ ਹੀ ਇਹੀ ਹੈ ਵੀ ਨਾਲੇ ਤੁਸੀਂ ਸੰਤ ਰਹੋ, ਨਾਲੇ ਤੁਸੀਂ ਸਿਪਾਹੀ ਵੀ ਬਣੋ। ਵੀ ਜੇ ਲੋੜ ਪਵੇ, ਜਦੋਂ ਸੰਤਾਂ ਦੀ ਤਰ੍ਹਾਂ ਵਿਚਾਰ ਵਿਮਰਸ਼ ਕਰਨਾ ਪਵੇ, ਸੰਤਾਂ ਦੀ ਤਰ੍ਹਾਂ ਆਪਣੀ ਜਿਹੜੀ ਆ ਮਨ ਨੀਵਾਂ ਮੱਤ ਉੱਚੀ, ਠੀਕ ਹੈ ਨਾ, ਮਨ ਨੂੰ ਨੀਵਾਂ ਰੱਖੋ, ਚੰਗੇ ਤਰੀਕੇ ਨਾਲ ਚੰਗੇ ਬੰਦੇ ਨਾਲ ਪੇਸ਼ ਆਓ, ਅੱਗੋਂ ਮਾੜਾ ਬੰਦਾ ਨਜ਼ਰ ਆਵੇ ਉਹਨੂੰ ਉਸੇ ਤਰੀਕੇ ਨਾਲ ਪੇਸ਼ ਆਓ। ਇੱਟ ਦਾ ਜਵਾਬ ਜਿਹੜਾ ਪੱਥਰ ਨਾਲ ਦੇਣਾ ਸਾਡੀ ਕਮਿਊਨਿਟੀ ਦਾ ਸ਼ੁਰੂ ਤੋਂ ਅੰਗ ਰਿਹਾ ਹੈ, ਸਾਡੀ ਫਿਲਾਸਫੀ ਇਹੀ ਹੈ। ਸਾਨੂੰ ਤੇ ਪ੍ਰਮਾਤਮਾ ਨੇ, ਸਾਡੇ ਵਾਹਿਗੁਰੂ ਨੇ ਬਣਾਈ ਸੰਤ ਸਿਪਾਹੀ ਆ, ਅਸੀਂ ਵਾਰੀਅਰ ਕੌਮ ਆ, ਸਿੱਖਾਂ ਦੀ ਕੌਮ ਆ। ਔਰ ਜਿਹੜੇ ਗਿਆਨੀ ਹਰਪ੍ਰੀਤ ਜੀ ਨੇ ਨਾ ਸਾਨੂੰ ਸੰਦੇਸ਼ ਨਹੀਂ ਦਿੱਤਾ, ਸਾਨੂੰ ਸਿਰਫ ਯਾਦ ਕਰਾਇਆ, ਰਿਮਾਈਂਡਰ ਦਿੱਤਾ ਵਾ ਕਿ ਜੋ ਸਾਡੇ ਪੂਰਨੇ ਜਿਹੜੇ ਪੁਰਾਣੇ ਗੁਰੂਆਂ ਨੇ ਸਾਡੇ ਤੇ ਪਾਏ ਸੀ, ਤੁਸੀਂ ਉਹਨਾਂ ਤੇ ਚੱਲੋ। ਜਿੱਥੇ ਲੋੜ ਹੈ ਤੁਸੀਂ ਹੱਥ ਵੀ ਜੋੜੋ, ਪਿਆਰ ਵੀ ਕਰੋ, ਕਿਸੇ ਨੂੰ ਫੁਲਕਾ ਵੀ ਛਕਾਓ, ਕਿਸੇ ਨੂੰ ਪਾਣੀ ਵੀ ਪਿਲਾਓ। ਜੇ ਕੋਈ ਤੁਹਾਡੇ ਤੇ ਚੜ ਕੇ ਆ ਜਾਵੇ ਤਾਂ ਉਹਨੂੰ ਫਿਰ ਉਹਦਾ ਜਵਾਬ ਵੀ ਇੱਟ ਦਾ ਜਵਾਬ ਪੱਥਰ ਨਾਲ ਦੇ ਕੇ ਤੋਰੋ। ਇਹਦੇ 'ਚ ਕੀ ਦੱਸੋ ਕਮੀ ਕੀ ਆ? ਕੱਲ ਦੇ ਬਿਆਨ ਦੇ ਉੱਤੇ ਟਾਰਗੇਟ ਤਾਂ ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਨਹੀਂ ਕੀਤਾ। ਸੁਖਬੀਰ ਬਾਦਲ ਵਰਗੇ ਬੰਦੇ ਨੂੰ, ਸੁਖਬੀਰ ਬਾਦਲ ਜਿਸ ਸਿਆਸਤ ਦਾ ਹਿੱਸਾ ਰਹੇ ਨੇ, ਮੁੱਖ ਮੰਤਰੀ ਤੱਕ ਦਾ ਉਹਨਾਂ ਦਾ ਰਾਜ ਰਿਹਾ, ਸਿੱਧੀ ਗੱਲ ਪੰਜਾਬ ਦੇ ਡਿਪਟੀ ਸੀਐਮ ਰਹੇ, ਜਿਹੜੀ ਵੱਡੀ ਪਾਰਟੀ ਨੇ ਇੰਨੇ ਸਾਲ ਰਾਜ ਕੀਤਾ ਹੋਵੇ, ਸਿਮਰਨਜੀਤ ਸਿੰਘ ਮਾਨ ਵਰਗਾ ਲਾ ਲਓ, ਹੋਰ ਜਥੇਬੰਦੀਆਂ ਲਾ ਲਓ, ਪਰਵਾਨੇ ਵਰਗੇ ਕੁੱਤੇ ਬੰਦੇ ਦਾ ਸਮਰਥਨ ਕਰਨ ਦਾ ਮਤਲਬ ਕੀ ਹੈ? ਦੱਸੋ ਨਾ ਮੈਨੂੰ। ਟਾਰਗੇਟ ਨਹੀਂ ਕੀਤਾ। ਪਟਿਆਲੇ ਜੋ ਹੋਇਆ, ਪਟਿਆਲੇ ਵਾਲਾ ਘਟਨਾਕ੍ਰਮ ਹਲੇ ਚੱਲ ਰਿਹਾ ਨਾ ਪੰਜਾਬ ਦੇ ਵਿੱਚ, ਇੰਟੈਲੀਜੈਂਸੀ ਦੇ ਹੈੱਡ ਆਫਿਸ ਦੇ ਉੱਪਰ ਹੋ ਰਿਹਾ ਅਟੈਕ, ਹੋ ਰਿਹਾ ਨਾ। ਤੁਸੀਂ ਕਹਿੰਦੇ ਇਕੱਠਾ ਨਹੀਂ ਕੀਤਾ, ਕਿਸੇ ਕਮਿਊਨਿਟੀ ਨੂੰ ਡਰਾਇਆ ਨਹੀਂ। ਇਹ ਡਰਾਣਾ ਹੀ ਹੁੰਦਾ ਪੱਤਰਕਾਰ ਸਾਹਿਬ। ਜਿੱਲੇ ਆਪਾਂ ਆਪਣੇ 4 ਬੰਦਿਆਂ ਨੂੰ ਕਹਿ ਦਈਏ ਕੱਪਾ ਹਥਿਆਰ ਚੱਕ ਲਓ, ਇਹਦਾ ਮਤਲਬ ਕੀ ਹੈ ਕਿ ਜਿਹੜੀ ਪਟਿਆਲੇ ਹੋਈ ਹੈ ਉਹਦੇ ਨਾਲ ਕਿਤੇ ਇਹ ਨਾ ਹੋਵੇ ਆਪਾਂ ਸਾਰੇ ਇਕੱਠੇ ਹੋ ਜਾਓ, ਆਪਾਂ ਹੁਣ ਅੱਗੇ ਜਿਹੜਾ ਟਾਈਮ ਆ ਰਿਹਾ ਇਹਨਾਂ ਨੂੰ ਭਜਾਣਾ ਹੈ। ਉਹਦਾ ਬਿਆਨ ਅੱਜ ਵਿਸ਼ਵ ਹਿੰਦੂ ਪਰਿਸ਼ਦ ਵਾਲਿਆਂ ਨੇ ਵੀ ਦੇਤਾ ਕਿ ਹਰ ਹਿੰਦੂ ਆਪਣੇ ਕੋਲ ਹਥਿਆਰ ਰੱਖੇ। ਹੁਣ ਤੁਸੀਂ ਇਹਨੂੰ ਕਿਵੇਂ ਸੋਚਦੇ ਹੋ? ਦੇਣਾ ਪਊਗਾ, ਦੇਣਾ ਪਊਗਾ, ਦੇਣਾ ਪਊਗਾ, ਕਿਉਂ ਨਹੀਂ ਦੇਣਾ ਪਊਗਾ? ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਜੇ ਕੋਈ ਸ਼ਿਵ ਸੈਨਾ ਲੀਡਰ ਜਾਂ ਸ਼ਿਵ ਸੈਨਾ ਕੋਈ ਮਤਲਬ ਹਿੰਦੂ ਸੰਗਠਨ ਦਾ ਵਿਅਕਤੀ ਕੋਈ ਕਹਿ ਦੇਵੇ ਵੀ ਆਪਣੇ ਕੋਲੇ ਹਥਿਆਰ ਰੱਖੋ ਮੋਟਰਸਾਈਕਲ ਵੇਚ ਕੇ, ਸਾਡੇ ਤੇ ਨਾਲੋਂ ਨਾਲ ਹੀ ਪਰਚੇ ਦੇ ਦਿੰਦੀ ਸਰਕਾਰਾਂ, ਪ੍ਰਸ਼ਾਸਨ ਵੀ ਨਾਲ ਸਾਡਾ ਉਸੇ ਟਾਈਮ ਦੱਬ ਲੈਂਦਾ ਆ। ਕਿਆ ਸਰਕਾਰ ਤੇ ਪ੍ਰਸ਼ਾਸਨ ਜਥੇਦਾਰ ਸਾਹਿਬ ਤੇ ਪਰਚਾ ਦਊ? ਸਭ ਤੋਂ ਵੱਡਾ ਸਵਾਲ ਇਹ ਹਿੰਦੂਆਂ ਦੇ ਹੋਏ ਆ, ਕਹਿੰਦਾ ਹੋਇਆ ਹੇਟ ਸਪੀਚ ਅਗਰ ਕੋਈ ਹਿੰਦੂ ਸਾਡਾ ਮੁੰਡਾ ਦੇ ਦੇਵੇ ਨਾ, ਗਲਤੀ ਨਾਲ ਵੀ ਬੋਲ ਜਵੇ, ਉਹ ਬਾਅਦ ਚੋਂ ਚਾਹੇ ਮਾਫੀ ਵੀ ਮੰਗ ਲਵੇ, ਫੇਰ ਵੀ ਉੱਤੇ ਪਰਚਾ ਹੋ ਜਾਂਦਾ। ਰਾਜਪੁਰੇ ਹੋਇਆ। ਨਾਲੇ ਇੱਕ ਗੱਲ ਹੋਰ, ਹਥਿਆਰਾਂ ਦੀ ਲੋੜ ਕਿਹਨੂੰ ਪੈਂਦੀ ਹੈ? ਸਾਨੂੰ ਥ੍ਰੈਟ ਆ, ਠੀਕ ਹੈ। ਕੁਝ ਲੋਕ ਸਾਨੂੰ ਜਾਨੋਂ ਮਾਰਨ ਦੀ ਸਾਜ਼ਿਸ਼ਾਂ ਰਚਦੇ ਨੇ। ਮੇਰੇ ਵਰਗਾ ਬੰਦਾ ਹਥਿਆਰ ਰੱਖੇ ਸਮਝ ਆਉਂਦੀ ਹੈ
ਇੱਕ ਆਮ ਪਰਿਵਾਰ ਦੇ ਵਿਅਕਤੀ ਨੂੰ ਹਥਿਆਰ ਵਾਸਤੇ ਕਿਉਂ ਉਕਸਾਇਆ ਜਾ ਰਿਹਾ ਹੈ? ਕਈ ਕਮਿਊਨਿਟੀ ਇਹ ਹੈ ਕਿ ਅਗਰ ਗੱਲ ਕਰੀਏ ਤਾਂ ਇਹ ਸੋਚ ਰਹੇ ਕਿ ਅਸੀਂ ਵੀ, ਜਿਵੇਂ ਹੁਣ ਅੱਜ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾਵਾਂ ਨੇ ਬਿਆਨ ਦਿੱਤਾ ਕਿ ਹਰ ਹਿੰਦੂ ਵੀ ਜਿਹੜਾ ਹੈ ਹਥਿਆਰ ਰੱਖੇ ਆਪਣੇ ਕੋਲ। ਰੱਖਣਾ ਚਾਹੀਦਾ ਜੀ, ਹਿੰਦੂਆਂ ਨੂੰ ਵੀ ਹਥਿਆਰ ਰੱਖਣਾ ਚਾਹੀਦਾ। ਹਿੰਦੂ ਕਿਉਂ ਨਹੀਂ ਹਥਿਆਰ ਰੱਖ ਸਕਦੇ? ਹਿੰਦੂ ਬੜੀ ਵਧੀਆ ਕੌਮ ਹੈ। ਮੇਰੇ ਹਿਸਾਬ ਦੇ ਨਾਲ ਜੇ 100 ਦੋਸਤ ਨੇ 90 ਹਿੰਦੂ ਨੇ ਘੱਟੋ ਘੱਟ। ਹਿੰਦੂਆਂ ਨੂੰ ਕੀ ਦਿੱਕਤ ਹੈ? ਰੱਖੋ ਹਥਿਆਰ, ਬਿਲਕੁਲ ਰੱਖਣੇ ਚਾਹੀਦੇ ਉਹਨਾਂ ਨੂੰ, ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ। ਲੇਕਿਨ ਮੈਂ ਅਵੈਧ ਹਥਿਆਰ ਰੱਖਣ ਦੇ ਪੱਖ 'ਚ ਨਹੀਂ ਹਾਂ। ਉਹ ਆਪਣੀ ਸੇਫਟੀ ਵਾਸਤੇ ਹਥਿਆਰ ਰੱਖਣ, ਕੀ ਦਿੱਕਤ ਹੈ? ਲੇਕਿਨ ਹਥਿਆਰ ਨੂੰ ਚਲਾਉਣਾ ਕਿੱਦਾਂ ਮਹਾਰਾਜ, ਮੁੱਦਾ ਇਹ ਆ। ਅਗਰ ਸਿੱਖ ਹਥਿਆਰ ਰੱਖਦਾ ਉਹ ਆਪਣੀ ਸੇਫਟੀ ਲਈ ਰੱਖੇ, ਹਿੰਦੂ ਹਥਿਆਰ ਰੱਖਦਾ ਆਪਣੀ ਸੇਫਟੀ ਲਈ ਰੱਖੇ, ਕਿਉਂ ਨਾ ਰੱਖੇ? ਦੱਸੋ। ਇਹ ਥੋੜੀ ਹੁਣ ਮੈਂ ਹਥਿਆਰ ਰੱਖ ਲੂੰਗਾ ਤੇ ਮੈਂ ਆਪਣੇ ਦੋਸਤਾਂ ਨੂੰ ਜਾ ਕੇ ਗੋਲੀ ਮਾਰਦਾ, ਇਦਾਂ ਥੋੜੀ ਹੋਣਾ ਜੀ। ਕੱਲ ਨੂੰ ਮੇਰੇ ਦੋਸਤ ਦੇ ਭੀੜ ਪੈਂਦੀ ਹੈ, ਕੱਲ ਨੂੰ ਕੋਈ ਦਿੱਕਤ ਆਉਂਦੀ ਹੈ, ਮੈਂ ਉਹਦਾ ਵੀ ਸਾਥ ਦਊਂਗਾ ਜਾ ਕੇ। ਸਭ ਨੂੰ ਹਥਿਆਰ ਰੱਖਣੇ ਚਾਹੀਦੇ ਆ, ਲੇਕਿਨ ਆਪਣਾ ਦਿਮਾਗ ਸ਼ਾਂਤ ਰੱਖਣਾ ਚਾਹੀਦਾ। ਇਹ ਦੇਖਣਾ ਚਾਹੀਦਾ ਹਥਿਆਰ ਚਲਾਉਣੇ ਕਿੱਥੇ। ਤੁਸੀਂ ਇੱਕ ਆਪਣਾ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ, ਭਗਵੰਤ ਮਾਨ ਸਾਹਿਬ ਦੀ। ਭਗਵੰਤ ਮਾਨ ਸਾਹਿਬ ਨੂੰ ਬੰਦਾ ਇਹ ਪੁੱਛਿਆ ਵੀ ਤੁਸੀਂ ਪੀਲੇ ਰੰਗ ਦੀ ਪੱਗ ਕਿਹਦੇ ਨਾਂ ਦੀ ਬੰਨੀ ਹੋਈ ਆ? ਭਗਤ ਸਿੰਘ ਦੀ ਪੱਗ ਬੰਨੀ ਆ ਤੁਸੀਂ, ਜਿਹਨੇ ਤਾਂ ਅਸੈਂਬਲੀ ਦੇ ਵਿੱਚ ਵੀ ਬੰਬ ਸਿੱਟ ਦਿੱਤਾ ਸੀਗਾ। ਹਾਲਾਂਕਿ ਉਹ ਸੰਕੇਤਾਤਮਕ ਬੰਬ ਸੀਗਾ, ਉਹਦੇ ਨਾਲ ਕੋਈ ਬੰਦਾ ਮਰਿਆ ਨਹੀਂ। ਲੇਕਿਨ ਭਗਤ ਸਿੰਘ ਨੇ ਬੜੀਆਂ ਗੋਲੀਆਂ ਚਲਾਈਆਂ, ਉਹਦੇ ਕੋਲ ਵੀ ਅਵੈਧ ਹਥਿਆਰ ਸੀਗੇ, ਉਹਦੇ ਕੋਲ ਕੋਈ ਲਾਇਸੈਂਸ ਨਹੀਂ ਸੀਗਾ। ਇਹ ਭਗਵੰਤ ਮਾਨ ਨੂੰ ਵੀ ਪਤਾ। ਇਹ ਜਦ ਦਾ ਗੁਜਰਾਤ ਜਾ ਕੇ ਚਰਖਾ ਚਲਾ ਕੇ ਆਏ ਨੇ ਨਾ ਭਗਵੰਤ ਮਾਨ ਸਾਹਿਬ, ਉਦੋਂ ਦੇ ਪਤਾ ਨਹੀਂ ਇਹਨਾਂ ਤੇ ਗਾਂਧੀ ਦੀ ਵਿਚਾਰਧਾਰਾ ਕਿੱਥੋਂ ਆ ਗਈ। ਹੁਣ ਜਿੱਤ ਗਏ ਨੇ। ਪਹਿਲਾਂ ਜਿੱਤਣ ਤੋਂ ਪਹਿਲਾਂ ਗੱਲਾਂ ਕਰਦੇ ਸੀ ਭਗਵੰਤ ਮਾਨ ਸਾਹਿਬ ਭਗਤ ਸਿੰਘ ਦੀਆਂ, ਜਿੱਤਣ ਤੋਂ ਬਾਅਦ ਗੱਲਾਂ ਕਰਨ ਲੱਗ ਗਏ ਨੇ ਗਾਂਧੀ ਦੀਆਂ। ਠੀਕ ਹੈ, ਪਹਿਲਾਂ ਇਹਨਾਂ ਕੋਲ ਰੁਪਈਏ ਹੁੰਦੇ ਸੀਗੇ ਵੀ ਅਸੀਂ 1000 ਰੁਪਇਆ ਦਿਆਂਗੇ, ਇਹ ਦਿਆਂਗੇ, ਉਹ ਦਿਆਂਗੇ। ਹੁਣ ਇਹਨਾਂ ਨੂੰ ਨਜ਼ਰ ਆ ਗਿਆ ਖਜ਼ਾਨਾ ਖਾਲੀ ਆ। ਪਹਿਲਾਂ ਇਹ ਹਥਿਆਰਾਂ ਦੀ ਗੱਲ ਕਰਦੇ ਸੀ, ਇਨਕਲਾਬ ਜਿੰਦਾਬਾਦ। ਹੁਣ ਇਹ ਕਿਉਂ ਨਹੀਂ ਬੋਲਦੇ ਇਨਕਲਾਬ ਜਿੰਦਾਬਾਦ? ਹੁਣ ਇਹਨਾਂ ਨੇ ਕਹਿ ਦਿੱਤਾ ਹਰਪ੍ਰੀਤ ਸਿੰਘ ਜੀ ਤੁਸੀਂ ਇਹ ਗੱਲ ਨਾ ਕਰੋ। ਤੁਸੀਂ ਮਾਰੇ ਕੌਣ ਹੁੰਦੇ ਹੋ ਕਹਿਣ ਵਾਲੇ? ਤੁਸੀਂ ਆਪਦੀ ਰਾਜਨੀਤੀ ਸੰਭਾਲੋ। ਉਹ ਆਪਦਾ ਧਾਰਮਿਕ ਜਿਹੜਾ ਵਾ ਉਹ ਸੰਭਾਲ ਰਹੇ ਨੇ, ਕਿੱਤਾ ਉਹਨਾਂ ਦਾ ਜੋ ਅੱਜ ਉਹਨਾਂ ਦੀ ਡਿਊਟੀ ਉਹ ਸੰਭਾਲ ਰਹੇ ਨੇ। ਅਗਰ ਉਹਨਾਂ ਨੇ ਕੋਈ ਗਲਤ ਬਿਆਨੀ ਕੀਤੀ ਆ, ਤੁਸੀਂ ਉਹਨਾਂ ਤੇ ਪਰਚਾ ਦਰਜ ਕਰੋ, ਕੇਸ ਦਰਜ ਕਰੋ। ਅਗਰ ਉਹਨਾਂ ਨੇ ਤੁਹਾਨੂੰ ਕਿਸੇ ਤਰੀਕੇ ਨਾਲ ਕੌਮ ਨੂੰ ਭੜਕਾਇਆ, ਅਗਰ ਉਹਨਾਂ ਨੇ ਇਹ ਕਿਹਾ ਵਾ ਕਿ ਹਾਂ ਵੀ ਸਿੱਖੋ ਹਥਿਆਰ ਚੱਕੋ, ਜਾ ਕੇ ਹਿੰਦੂਆਂ ਤੇ ਅਟੈਕ ਕਰ ਦਿਓ, ਜਾਂ ਸਿੱਖੋ ਹਥਿਆਰ ਚੱਕ ਕੇ ਮੁਸਲਮਾਨਾਂ ਤੇ ਅਟੈਕ ਕਰ ਦਿਓ, ਫਿਰ ਗੱਲ ਗਲਤ ਆ। ਉਹਨਾਂ ਨੇ ਤਾਂ ਗੱਲ ਹੀ ਕੋਈ ਨਹੀਂ ਕੀਤੀ। ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਹਥਿਆਰ ਰੱਖੋ, ਆਪਣੀ ਪਿਸਤੌਲ ਜਿਹੜੀ ਆ ਆਪਣੇ ਕੋਲ ਰੱਖੋ। ਅੱਛਾ, ਤੁਸੀਂ ਇੱਕ ਗੱਲ ਦਾ ਹੋਰ ਜਵਾਬ ਦਿਓ, ਜਿਹੜੇ ਭਗਵੰਤ ਮਾਨ ਸਾਹਿਬ ਨੇ ਇਹਨਾਂ ਕੋਲ ਕਿੰਨੇ ਗਨਮੈਨ ਆ? ਕੇਜਰੀਵਾਲ ਕੋਲ ਮੈਂ ਸੁਣਿਆ 182 ਗਨਮੈਨ ਆ। ਤੇ ਕੀ ਗੱਲ, ਉਹ ਜਿਹੜੇ ਗਨਮੈਨ ਨੇ ਉਹਨਾਂ ਕੋਲ ਗਨ ਨਹੀਂ ਹੈਗੀ, ਉਹ ਖਾਲੀ ਮੈਨ ਹੀ ਨੇ? ਉਹਨਾਂ ਦੇ ਕੋਲ ਹਥਿਆਰ ਕੀ ਕਰ ਰਹੇ ਆ? ਦੱਸੋ, ਜਵਾਬ ਦਿਓ। ਖਾਲੀ ਹੱਥ ਵੀ ਤਾਂ ਉਹ ਕੰਮ ਕਰ ਸਕਦੇ ਆ। ਮਹਾਰਾਜ ਜਿਹੜੇ ਬਾਰਡਰਾਂ ਤੇ ਸਾਡੇ ਜਿਹੜੇ ਸੈਨਿਕ ਬੈਠੇ ਆ, ਉਹ ਵੀ ਹਥਿਆਰਾਂ ਨਾਲ ਹੀ ਬੈਠੇ ਆ। ਹਥਿਆਰਾਂ ਤੋਂ ਬਿਨਾਂ ਮਹਾਰਾਜ ਕੋਈ ਜੰਗਾਂ ਨਹੀਂ ਜਿੱਤੀਆਂ ਜਾਂਦੀਆਂ। ਹਥਿਆਰਾਂ ਤੋਂ ਬਿਨਾਂ ਆਪਣੀ ਸੇਫਟੀ, ਆਪਣੀ ਰੱਖਿਆ ਆਪਦੀ ਨਹੀਂ ਕੀਤੀ ਜਾਂਦੀ, ਆਪਦੀ ਕੌਮ ਦੀ ਨਹੀਂ ਕੀਤੀ ਜਾਂਦੀ, ਆਪਦੀ ਧੀ ਭੈਣ ਦੀ, ਗਊ ਗਰੀਬ ਦੀ ਰੱਖਿਆ ਨਹੀਂ ਕੀਤੀ ਜਾਂਦੀ। ਇਸ ਲਈ ਹਥਿਆਰ ਬੜੇ ਜ਼ਰੂਰੀ ਆ। ਇਹ ਗੱਲ ਪੰਜਾਬ ਤੇ ਭਰੋਸਾ ਨਹੀਂ, ਕੇਂਦਰ ਸਰਕਾਰ ਤੇ ਭਰੋਸਾ ਨਹੀਂ, ਆਪਣੀ ਪੰਜਾਬ ਸਰਕਾਰ ਤੇ ਭਰੋਸਾ ਨਹੀਂ, ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਕੇਂਦਰੀ ਏਜੰਸੀਆਂ ਤੇ ਭਰੋਸਾ ਨਹੀਂ। ਇਹਨਾਂ ਲੋਕਾਂ ਨੂੰ ਦੱਸੋ ਨਾ, ਆਪਾਂ ਕਿਉਂ ਉਕਸਾ ਰਹੇ ਹਾਂ, ਕਿਉਂ ਆਪਾਂ ਇਹੋ ਜਿਹੇ ਹਾਲਾਤ ਪੈਦਾ ਕਰ ਰਹੇ ਹਾਂ? ਇਹਦਾ ਮਤਲਬ ਕਿਤੇ ਨਾ ਕਿਤੇ ਸਾਨੂੰ ਵੀ ਫਿਰ ਉਹੀ ਗੱਲ ਲੱਗਦੀ ਹੈ ਨਾ। ਅਕਾਲ ਤਖਤ ਦੇ ਅਕਾਲ ਤਖਤ ਦਾ ਜਥੇਦਾਰ ਪਹਿਲਾਂ ਅੱਤਵਾਦੀ ਭਿੰਡਰਾਲਾ ਸੀਗਾ, ਹੁਣ ਅਕਾਲ ਤਖਤ ਦਾ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਜੀ ਨੇ ਉਹੀ ਸੇਮ ਸੋਚ ਲੈ ਕੇ ਚੱਲੇ ਹੋਏ ਨੇ। ਉਹ ਵੀ ਕਹਿੰਦਾ ਸੀਗਾ ਵੀ ਹਥਿਆਰ ਸਿੱਖ ਮੁੰਡਿਓ, ਪਲਾਟ ਨਾ ਖਰੀਦੋ, ਪ੍ਰਾਪਰਟੀ ਨਾ ਖਰੀਦੋ, ਹਥਿਆਰ ਖਰੀਦੋ। ਜਥੇਦਾਰ ਸਾਹਿਬ ਕੀ ਕਹਿ ਰਹੇ ਨੇ? ਕਹਿਣ ਦਾ ਤਰੀਕਾ ਲੱਗ ਉਸ ਦਾ, ਸ਼ਬਦਾਵਲੀ ਲੱਗ ਉਸ ਦੀ, ਲਾਇਸੈਂਸੀ ਹਥਿਆਰ ਖਰੀਦੋ। ਵਕਤ ਕਿਹੜਾ, ਸਮੇਂ ਕਿਹੜਾ? ਪਹਿਲੀ ਗੱਲ ਤਾਂ ਮੈਨੂੰ ਹਥਿਆਰ ਖਰੀਦਣ ਦੀ ਕੀ ਲੋੜ ਹੈ? ਮੇਰੀ ਪੰਜਾਬ ਪੁਲਿਸ ਬੈਠੀ ਆ, ਮੇਰੀ ਕੇਂਦਰ ਸਰਕਾਰ ਬੈਠੀ ਆ, ਮੇਰੀ ਪੰਜਾਬ ਸਰਕਾਰ ਬੈਠੀ ਆ, ਮੈਨੂੰ ਉਹਨਾਂ ਤੇ ਭਰੋਸਾ ਨਹੀਂ। ਕਿਆ ਥਾਣੇ ਬੰਦ ਕਰ ਦਈਏ? ਦੱਸਣ ਨਾ। ਜਥੇਦਾਰ ਕੀ ਚਾਹੁੰਦੇ ਨੇ? ਵੀ ਇਹਨਾਂ ਦੇ ਜਥੇਦਾਰਾਂ ਦੇ ਦਫ਼ਤਰ ਖੋਲ ਜਾਣ, ਵੀ ਉੱਥੇ ਲੈ ਕੇ ਉਹ ਬੈਠਣ, ਆਪਣੇ ਅਸਲੇ ਲੈ ਕੇ ਬੈਠਣ, ਉਹ ਇਨਸਾਫ ਕਰਨ। ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਪੰਜਾਬ ਸਰਕਾਰ ਤੇ ਭਰੋਸਾ ਨਹੀਂ। ਦੇਖੋ, ਜਿਹੜੀ ਗੱਲ ਜਥੇਦਾਰ ਸਾਹਿਬ ਨੇ ਕਹੀ ਹੈ, ਉਸ ਜਗ੍ਹਾ ਤੇ ਬੈਠ ਕੇ ਕਹੀ ਹੈ, ਜਿਹਦਾ ਸੰਤਾਪ, ਜਿਹੜੀ ਸੋਚ 80 ਚ ਸ਼ੁਰੂ ਹੋਈ, ਜਿਹੜੀ 80 ਚ ਸ਼ੁਰੂ ਹੋਈ 95 ਤੱਕ ਚੱਲੀ, ਉਹਦਾ ਸੰਤਾਪ ਪੰਜਾਬ ਅੱਜ ਤੱਕ, ਪੰਜਾਬ ਦਾ ਘਾਣ ਹੋਇਆ, ਪੰਜਾਬ ਅੱਜ ਤੱਕ ਚੱਲ ਰਿਹਾ। ਉਹਨੂੰ ਸਾਡੀ ਮਾਨ ਸਰਕਾਰ ਨੂੰ ਔਰ ਕੇਂਦਰ ਸਰਕਾਰ ਨੂੰ ਇਹ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਦੁਬਾਰਾ ਪੰਜਾਬ ਨੂੰ ਅੱਗ ਦੇ ਵਿੱਚ ਨਾ ਧਕੇਲਿਆ ਜਾਵੇ। ਇਸ ਲਈ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ ਹੇਟ ਸਪੀਚ ਦਾ ਪਰਚਾ ਦਰਜ ਹੋਣਾ ਚਾਹੀਦਾ, ਔਰ ਜਿਹੜੀ ਜਗ੍ਹਾ ਨੂੰ ਸਾਫ਼ ਕਰਨ ਦੇ ਲਈ ਜਿਹੜਾ ਅੱਜ ਤੱਕ ਮਸਲਾ ਚੱਲਦਾ ਆ ਰਿਹਾ ਵਾ, ਉਹ ਦੁਆਰਤੀ ਉਹ ਮਸਲਾ ਨਾ ਖੜਾ ਹੋਵੇ। ਉਹਦੇ ਲਈ ਕੋਈ ਪੁਖਤਾ ਪ੍ਰਬੰਧ ਕਿ ਉੱਥੇ ਦੁਬਾਰਾ ਉੱਦਾਂ ਦਾ ਕੁਝ ਨਾ ਹੋਵੇ, ਉਸ ਧਰਮ ਸਥਾਨ ਦੀ ਪਵਿੱਤਰਤਾ ਭੰਗ ਨਾ ਹੋਵੇ, ਉਹਦੀ ਮਾਣ ਮਰਿਆਦਾ ਭੰਗ ਨਾ ਹੋਵੇ। ਇੱਦਾਂ ਦੇ ਬੰਦਿਆਂ ਤੇ ਨਕੇਲ ਔਰ ਉੱਥੇ ਦਾ ਜਿਹੜਾ ਸਾਡੀ ਇੰਟੈਲੀਜੈਂਸ ਸੀ ਉਹਨੂੰ ਹੋਰ ਜ਼ਿਆਦਾ ਤੇਜ਼ ਕਰਕੇ ਉਹਦੇ ਅੰਦਰ ਦੇ ਹਾਲਾਤ ਪਤਾ ਕਰਨੇ ਚਾਹੀਦੇ ਆ ਕਿ ਕਿਆ ਦੁਬਾਰਾ ਉਹੀ ਹਾਲਾਤ ਤਾਂ ਨਹੀਂ ਪੈਦਾ ਹੋ ਰਹੇ।
ਇਹ ਸਾਡੀ ਮਾਨ ਸਰਕਾਰ ਨੂੰ, ਕੇਂਦਰ ਸਰਕਾਰ ਨੂੰ, ਏਜੰਸੀਆਂ ਨੂੰ ਅਪੀਲ ਹੈ ਕਿ ਇਹ ਸਾਰਾ ਕੰਮ ਸਮੇਂ ਸਿਰ ਹੋਣਾ ਚਾਹੀਦਾ, ਨਹੀਂ ਤਾਂ ਹੋ ਸਕਦਾ ਸਾਨੂੰ ਦੁਬਾਰਾ 80 ਤੋਂ ਲੈ ਕੇ 95 ਵਾਲਾ ਦਸ਼ਕ ਦਾ ਦਹਾਕਾ ਸਾਨੂੰ ਕਿਤੇ ਦੁਆਰਤੀ ਨਾ ਦੇਖਣਾ ਪੈ ਜਾਵੇ। ਤੁਸੀਂ ਇਹ ਸੋਚਦੇ ਹੋ ਕਿ ਉਹਨਾਂ ਨੇ ਆਤਮ ਰੱਖਿਆ ਦੇ ਲਈ ਜਿਹੜਾ ਹੈ ਹਥਿਆਰ ਚੱਕਣ ਨੂੰ ਕਿਹਾ, ਬਿਲਕੁਲ ਕਿਹਾ ਹੀ ਉਹਨਾਂ ਨੇ ਇਹੀ ਹੈ, ਉਹਨਾਂ ਨੇ ਕਿਹਾ ਹਥਿਆਰ ਰੱਖੋ। ਤੇ ਫਿਰ ਵਿਰੋਧ ਕਿਉਂ ਕਰ ਰਹੇ ਨੇ? ਪੋਲੀਟੀਕਲ ਪਾਰਟੀਆਂ ਵੀ ਵਿਰੋਧ ਕਰ ਰਹੀਆਂ, ਦੂਸਰੀਆਂ ਵਿਪਕਸ਼ੀ ਪਾਰਟੀਆਂ ਵੀ ਵਿਰੋਧ ਕਰ ਰਹੀਆਂ, ਫਿਰ ਇਹ ਵਿਰੋਧ ਕਿਉਂ ਕਰ ਰਹੇ ਹੈ? ਜੋ ਚੀਜ਼ ਤੁਸੀਂ ਇਸ ਮਨ ਨਾਲ ਸੋਚਦੇ ਹੋ ਤੇ ਇਹ ਕਿਉਂ ਨਹੀਂ ਸੋਚਦੇ? ਉਹਨਾਂ ਨੂੰ ਸੋਚਣਾ ਚਾਹੀਦਾ, ਉਹਨਾਂ ਦਾ ਆਪੋ ਆਪਣਾ ਦਿਮਾਗ ਹੈ ਜੀ, ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਨੌਲੇਜ ਆ, ਜਿਹਨੂੰ ਕਹ ਲਓ ਲੈਕ ਆਫ ਨੌਲੇਜ। ਉਹਨਾਂ ਨੂੰ ਜਦ ਉਹ ਚੰਗੀ ਤਰੀਕਾ ਪੜ੍ਹਦੇ ਨਹੀਂ। ਅੱਛਾ, ਕੁਝ ਬੰਦੇ ਇਦਾਂ ਦੇ ਹੁੰਦੇ ਆ, ਰਾਜਨੀਤੀ ਇਹ ਚੀਜ਼ ਆ, ਸਿਰਫ ਵਿਰੋਧ ਕਰਨ ਲਈ ਵਿਰੋਧ ਕਰੋ। ਵੀ ਜੇਕਰ ਕਾਂਗਰਸੀ ਉਹਨਾਂ ਨੇ ਅਕਾਲੀਆਂ ਦਾ ਵਿਰੋਧ ਕਰਨਾ, ਜੇ ਮੰਨ ਲਓ ਆਮ ਆਦਮੀ ਪਾਰਟੀ ਹੈ ਤਾਂ ਆਮ ਆਦਮੀ ਪਾਰਟੀ ਦਾ ਵਿਰੋਧ ਸਿਰਫ ਵਿਰੋਧ ਆ। ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਐ ਕਿਉਂ ਕਹਿਤਾ, ਹੁਣ ਜੇ ਸ਼ਿਵ ਸੈਨਾ ਵਾਲੇ ਉਹਨਾਂ ਨੇ ਕੱਲ੍ਹ ਨੂੰ ਕਹਿ ਦੇਣਾ ਇਹ ਹੈ ਜੀ ਉਹ ਹੈ ਜੀ, ਠੀਕ ਹੈ ਜੀ। ਹੁਣ ਉਹ ਮੰਨ ਲਓ ਕਈ ਇਦਾਂ ਦੇ ਸ਼ਿਵ ਸੈਨਾ ਵਾਲੇ ਆ ਜਾਂ ਹੋਰ ਆ, ਉਹ ਕਹਿੰਦੇ ਤੁਸੀਂ ਵੀ ਹਥਿਆਰ ਰੱਖੋ, ਸ਼ੁਰੂ ਤੋਂ ਕਹਿੰਦੇ ਆ। ਬਾਲ ਠਾਕਰੇ ਵੀ ਕਹਿੰਦਾ ਹਥਿਆਰ ਰੱਖੋ, ਉਹ ਕਹਿੰਦੇ ਤਰਸ਼ੂਲ ਰੱਖੋ ਭਾਈ ਜੀ, ਸਾਨੂੰ ਕੀ ਦਿੱਕਤ ਆ? ਤੁਸੀਂ ਜੰਮ ਰੱਖੋ, ਇੱਕ ਛੱਡ ਕੇ ਦੋ ਰੱਖੋ, ਆਪਣੀ ਸੇਫਟੀ ਲਈ ਰੱਖੋ। ਸਾਨੂੰ ਤੇ ਤਾਂ ਤਕਲੀਫ ਹੈ ਨਾ ਜੇ ਤੁਸੀਂ ਆ ਕੇ ਸਾਡੇ ਤੇ ਅਟੈਕ ਕਰੋਗੇ, ਸਾਨੂੰ ਤੇ ਤਾਂ ਤਕਲੀਫ ਹੋਵੇ। ਸਾਡੀ ਤੁਹਾਡੀ ਕੋਈ ਦੁਸ਼ਮਣੀ ਨਹੀਂ, ਸਾਡੀ ਤੁਹਾਡੀ ਕੋਈ ਲੜਾਈ ਨਹੀਂ। ਤੁਸੀਂ ਇੱਕ ਹਥਿਆਰ ਰੱਖੋ, ਭਾਵੇਂ ਚਾਰ ਰੱਖੋ, ਕਾਨੂੰਨ ਦੇ ਅਨੁਸਾਰ ਰੱਖੋ। ਜੇ ਤੁਸੀਂ ਕੋਈ ਗਲਤ ਕੰਮ ਕਰੋਗੇ ਜਾਂ ਅਸੀਂ ਗਲਤ ਕੰਮ ਕਰਾਂਗੇ, ਕਾਨੂੰਨ ਕਾਹਦੇ ਵਾਸਤੇ ਆ? ਤੁਹਾਡਾ ਬੋਲਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੇ ਅਗਰ ਸਾਡੇ ਹਥਿਆਰ ਰੱਖਣ ਤੋਂ ਪ੍ਰੇਰਿਤ ਹੋ ਕੇ ਕਹਿੰਦੇ ਨੇ ਵੀ ਹੁਣ ਅਸੀਂ ਵੀ ਹਥਿਆਰ ਰੱਖਾਂਗੇ, ਉਹ ਲਾਗ ਡਾਟ ਵਾਲੀ ਗੱਲ ਹੈ। ਹਾਲਾਂਕਿ ਉਹ ਲਾਗ ਡਾਟ ਰੱਖੀ ਜਾਂ ਸਾਨੂੰ ਲਾਗ ਡਾਟ ਰੱਖਣ ਦੀ ਕੋਈ ਆਦਤ ਨਹੀਂ। ਅਸੀਂ ਵਾਰੀਅਰ ਕੌਮ ਜ਼ਰੂਰ ਹਾਂ, ਲੇਕਿਨ ਅਸੀਂ ਕਾਰੋਬਾਰੀ ਬੰਦੇ ਹਾਂ, ਠੀਕ ਹੈ ਜੀ। ਜੇ ਅਸੀਂ ਦੁਕਾਨਦਾਰ ਹਾਂ, ਸ਼ਹਿਰਾਂ ਦੇ ਬੰਦੇ ਹਾਂ, ਕਾਰੋਬਾਰ ਕਰਦੇ ਹਾਂ। ਜਿਹੜੇ ਸਾਡੇ 'ਚ ਸਿੱਖਾਂ ਦੇ ਵਿੱਚ ਕਿਸਾਨ ਨੇ, ਉਹ ਕਿਸਾਨੀ ਕਰਦੇ ਆ, ਲੇਕਿਨ ਜਦੋਂ ਲੋੜ ਪੈ ਜਾਵੇ ਤਾਂ ਫਿਰ ਉਹ ਹਥਿਆਰ ਚੱਕ ਵੀ ਲੈਂਦੇ ਆ। ਸਾਡੇ ਮੇਰੀ ਪੰਜਾਬ ਦੇ ਲੋਕਾਂ ਨੂੰ, ਜਿਹੜੇ ਪੰਜਾਬ ਨੂੰ ਪ੍ਰੇਮ ਕਰਦੇ ਨੇ, ਪੰਜਾਬ ਦੀ ਧਰਤੀ ਨੂੰ ਪ੍ਰੇਮ ਕਰਦੇ, ਦੇਸ਼ ਨੂੰ ਪ੍ਰੇਮ ਕਰਦੇ ਨੇ, ਮੇਰੀ ਇੱਕੋ ਇੱਕ ਅਪੀਲ ਹੱਥ ਜੋੜ ਕੇ, ਜਿਹੜਾ ਸੰਤਾਪ 1980 ਤੋਂ ਲੈ ਕੇ 1992 ਤੱਕ ਅਸੀਂ ਲੋਕਾਂ ਨੇ ਝੇਲਿਆ, ਸਾਡੇ ਭਰਾਵਾਂ ਨੇ, ਸਾਡੀਆਂ ਭੈਣਾਂ ਨੇ, ਸਾਡੀਆਂ ਮਾਵਾਂ ਨੇ ਝੇਲਿਆ, ਉਹ ਸੰਤਾਪ ਕਿਆ ਤੁਸੀਂ ਹੁਣ ਦੇਖਣਾ ਚਾਹੁੰਦੇ ਹੋ? ਜਿਹੜਾ ਆਦੇਸ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਹੁਣ ਬੋਲਿਆ, ਜਿਹੜੇ ਸ਼ਬਦ ਬੋਲੇ ਆ, ਕਿਆ ਉਹਨਾਂ ਨੂੰ ਇਸ ਵਕਤ ਇਸ ਸ਼ਬਦ ਬੋਲਣੇ ਚਾਹੀਦੇ ਸੀ ਜਦੋਂ ਘੁੱਲੂ ਘਰ ਦਾ ਟਾਈਮ ਚੱਲ ਰਿਹਾ? ਕੇਂਦਰ ਏਜੰਸੀਆਂ, ਪੰਜਾਬ ਦੀ ਏਜੰਸੀਆਂ, ਪੰਜਾਬ ਪੁਲਿਸ, ਪੰਜਾਬ ਸਰਕਾਰ ਜਦੋਂ ਟੈਨਸ਼ਨ 'ਚ ਵੀ ਕੋਈ ਨਾ ਕੋਈ ਅੱਤਵਾਦੀ ਦੀ ਵੱਡੀ ਘਟਨਾ ਹੋ ਸਕਦੀ, ਜਿੱਦਾਂ ਸਾਡੇ ਇੱਥੇ ਹਥਿਆਰ ਮਿਲਦੇ ਨੇ, ਬਰੂਦ ਮਿਲਦੇ ਪਏ ਨੇ, ਆਰਡੀਐਕਸ ਹਮਲੇ ਹੋ ਰਹੇ ਨੇ, ਰਾਕਟ ਲਾਂਚਰ ਹਮਲੇ ਨੇ, ਕਿਆ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਸ ਵਕਤ ਇਹ ਸਵਾਲ ਚੱਕਣਾ ਚਾਹੀਦਾ ਸੀ? ਦੂਜੇ ਪਾਸੇ ਹਰਪ੍ਰੀਤ ਸਿੰਘ ਜੀ ਸਾਡਾ ਨੌਜਵਾਨ, ਪੰਜਾਬ ਦਾ ਖਾਸ ਕਰਕੇ ਸਿੱਖ ਨੌਜਵਾਨ ਤਾਂ ਪੰਜਾਬ ਛੱਡ ਕੇ ਬਾਹਰ ਜਾ ਰਹੇ ਨੇ। ਉਸ ਵਕਤ ਵੇਲੇ ਉਹ ਦੇਸ਼ ਕਿਉਂ ਨਹੀਂ ਪਾਰ ਕਰਦੇ ਵੀ ਜਿਹੜਾ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ ਸਿੱਖ ਸਾਡਾ ਬੱਚਾ, ਉਹ ਪੰਜਾਬ ਦੀ ਧਰਤੀ ਤੇ ਹੀ ਰਹੇਗਾ? ਦੂਜੇ ਪਾਸੇ ਇਹ ਆਦੇਸ਼ ਕਿਉਂ ਨਹੀਂ ਪਾਰ ਕਰਦੇ ਵੀ ਜਿਹੜਾ ਸਿੱਖ ਪਰਿਵਾਰ, ਸਿੱਖ ਨੌਜਵਾਨ ਦਾ ਧਰਮ ਪਰਿਵਰਤਨ ਹੋ ਰਿਹਾ, ਈਸਾਈਕਰਨ ਹੋ ਰਿਹਾ, ਉਹਦੇ ਲਈ ਕਦੀ ਆਦੇਸ਼ ਪਾਰਿਤ ਕਿਉਂ ਨਹੀਂ ਕੀਤਾ ਜਾਂਦਾ? ਜਥੇਦਾਰ ਸਾਹਿਬ, ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ, ਖਾਸ ਕਰਕੇ ਸਿੱਖ ਸਮਾਜ ਦੇ ਲੋਕਾਂ ਨੂੰ ਅਪੀਲ ਵੀ ਜਥੇਦਾਰ ਸਾਹਿਬ ਨੂੰ ਸਵਾਲ ਤਾਂ ਕਰੋ, ਈਸਾਈਕਰਨ ਦੇ ਮੁੱਦੇ ਉੱਤੇ ਆਪਾਂ ਕਿਉਂ ਨਹੀਂ ਬੋਲਦੇ? ਜਿਹੜੇ ਬੱਚੇ ਸਾਡੇ ਸਿੱਖ ਨੌਜਵਾਨ ਸਾਡੇ ਵਿਦੇਸ਼ਾਂ 'ਚ ਜਾ ਰਹੇ ਨੇ ਪੰਜਾਬ ਛੱਡ ਕੇ, ਉਹਨਾਂ ਨੂੰ ਕਿਉਂ ਨਹੀਂ ਹੁਕਮ ਜਾਰੀ ਕਰਦੇ ਵੀ ਤੁਸੀਂ ਪੰਜਾਬ ਦੀ ਧਰਤੀ ਤੇ ਜਨਮ ਲਿੱਤਾ ਤੇ ਪੰਜਾਬ 'ਚ ਹੀ ਰਹਿਣਾ?